हेलो एवरीवन, वेलकम यू ऑल इन योर ओन चैनल लर्न एवरीथिंग। सो ਅਸੀਂ ਕਰ ਰਹੇ ਸੀ ਕੈਮੀਕਲ ਕਾਈਨੈਟਿਕਸ, ਉਹਦੇ ਵਿੱਚ ਆਲਰੇਡੀ 2 ਵੀਡੀਓਜ਼ ਅਪਲੋਡ ਹੋ ਚੁੱਕੀਆਂ। ਨੈਕਸਟ ਇਜ਼ ਦਾ ਆਰਡਰ ਆਫ ਰਿਐਕਸ਼ਨ ਐਂਡ ਵੈਰੀ ਇੰਪੋਰਟੈਂਟ ਕੁਐਸਚਨ ਇਹ ਚੋਂ ਬਣਦਾ ਹੈ ਮਾਸਟਰ ਦੇ ਵਿੱਚ। ਕਲੀਅਰ? ਸੋ व्हाट इज द ਆਰਡਰ ਆਫ ਰਿਐਕਸ਼ਨ? ਆਰਡਰ ਆਫ ਰਿਐਕਸ਼ਨ ਕੀ ਹੁੰਦਾ? ਉਸ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਰੇਟ ਲਾਅ। ਰੇਟ ਲਾਅ ਕਰਵਾਇਆ ਸੀ ਨਾ ਮੈਂ ਪ੍ਰੀਵੀਅਸ ਵੀਡੀਓ ਦੇ ਵਿੱਚ ਕਿ ਲਾਅ ਆਫ ਮਾਸ ਐਕਸ਼ਨ ਐਂਡ ਰੇਟ ਲਾਅ ਇਕੁਏਸ਼ਨ ਵੀ ਕਰਾਈ ਸੀ ਤੁਹਾਨੂੰ ਜਦੋਂ ਆਪਾਂ ਰੇਟ ਲਾਅ ਲਿਖਿਆ ਸੀਗਾ। ਸੋ ਰੇਟ ਲਾਅ ਦੇ ਵਿੱਚ ਜਦੋਂ ਆਪਾਂ ਰੇਟ ਲਾਅ ਲਿਖਦੇ ਆ हर कॉन्सेंट्रेशन टर्म की कुछ पावर होती है। एग्जांपल लेने लेट्स से रिएक्शन हैगी मेरे को ए प्लस बी बी प्लस सी सी गिव्स अपने को ले लो जो मर्जी ले दो इधर प्रोडक्ट आ ये साडे कोल रिएक्टेंट आ। क्लियर? सो रिएक्टेंट्स ने मिलके सानू कोई प्रोडक्ट दिता ते रेट इहदे अकॉर्डिंग टू रेट लॉ what is the rate of reaction? Rate of this reaction is K A the power P B the power Q C the power R। That means बोले ना भावे थे X Y Z लिख लो, मतलब कि रेट लॉस जरूरत है ना ਹੁੰਦਾ ਇਹੀ ਪਾਵਰਸ ਆਣੀਆਂ ਇਹ ਪਾਵਰਸ ਆਣੀਆਂ ਜਿਹੜੀਆਂ ਐਕਸਪੈਰੀਮੈਂਟਲੀ ਡਿਟਰਮਾਈਨਡ ਹੁੰਦੀਆਂ। दैट मींस ਇਹਨਾਂ ਸਾਰਿਆਂ ਨੂੰ ਮੈਂ ਜੋੜ ਦਵਾਂ ਤੇ n ਸਾਡੇ ਕੋਲ ਜੇ ਆਰਡਰ ਆਫ ਰਿਐਕਸ਼ਨ में n ਨਾਲ ਡੋਨੇਟ ਕਰ ਦਿਓ ਕਿ ਇਹਦੇ ਇਕੁਅਲ ਹੋ ਜਾਏਗਾ P plus Q plus R। So की definition of the sum of powers to which concentration term rise। ठीक है, ਜਿਹੜੀ concentration term ਦੀ power ਚ ਹੈਗੀਆਂ ਆ in rate law equation। ਇਹ ਮੇਨ ਗੱਲ ਹੈ in the rate law equation। So this is rate law equation। ਉਹਦੇ ਤੋਂ ਸਾਰੀਆਂ powers ਨੂੰ ਜੋੜ ਦੋ ਕੀ ਬਣ ਜਾਏਗਾ order of reaction। n is called order of reaction। ਹੁਣ ਜੇ n ਦੀ ਵੈਲਿਊ ਸਾਡੇ ਕੋਲ 1 ਆਂਦੀ ਆ that means first order reaction ਹੋਏਗੀ। ਕਿਹੜੀ ਹੋਏਗੀ? first order reaction। ਜੇ n ਦੀ ਵੈਲਿਊ ਸਾਡੇ ਕੋਲ 2 ਆ ਜਾਂਦੀ ਆ ਤੇ second order reaction। ਜੇ ਦੀ n ਦੀ ਵੈਲਿਊ 3 ਆਏਗੀ ਤੇ third order reaction। ਇਹ ਸਾਰਾ ਕੁਝ ਬਹੁਤ ਈਜ਼ੀ ਹੈ, note it down। ਹੁਣ ਦੇਖੋ ਅਸੀਂ ਦੇਖਦੇ ਹਾਂ ਆਰਡਰ ਆਫ ਰਿਐਕਸ਼ਨ ਕਿੱਦਾਂ ਕੱਢ ਸਕਦੇ ਹਾਂ ਅਸੀਂ रिएक्शंस ਦਾ। ਸਾਡੀ ਕੋਲ ਰਿਐਕਸ਼ਨ ਹੈਗੀ N2O5 gives 2NO2 plus half O2। ਇਹਦੇ ਲਈ ਜੇ ਰੇਟ ਲਿਖੀਏ ਰੇਟ ਕਿਹਦੇ ਇਕੁਅਲ ਟੂ ਹੁੰਦਾ ਮੈਂ ਤੁਹਾਨੂੰ ਵਿੱਚ ਦੱਸ ਵੀ ਦਵਾਂਗੀ ਕੀ ਤੁਸੀਂ ਮੇਨ ਯਾਦ ਕੀ ਰੱਖਣਾ ਜੋ ਕੁਐਸਚਨ ਜੇ ਤੋਂ ਐਕਸੈਪਸ਼ਨਲ ਚੋਂ ਬਣਦਾ। ਕਲੀਅਰ? ਸੋ N2O5 ਰੇਟ ਕੀ ਬਣ ਜਾਏਗਾ K N2O5 ਪਾਵਰ ਕਿੰਨੀ ਹੈ 1। ਸੋ N ਕਿੰਨਾ ਆ ਜਾਏਗਾ 1। ਸੋ ਦਿਸ ਇਜ਼ ਫਰਸਟ ਆਰਡਰ ਰਿਐਕਸ਼ਨ। ਕਿਹੜੀ ਹੈ ਸਾਡੇ ਕੋਲ ਫਰਸਟ ਆਰਡਰ ਰਿਐਕਸ਼ਨ। ਕਈ ਵਾਰੀ ਨਾ ਪੇਪਰ 'ਚ ਨੇ ਰਿਐਕਸ਼ਨ ਦੇਦਾ ਨਹੀਂ ਤੇ ਪੁੱਛ ਲੈਣਾ ਕੀ ਆਰਡਰ ਹੈਗਾ। ਇਹਦੇ ਲਈ ਲਿਖੋ ਰੇਟ, ਇਹਦੇ ਲਈ ਰੇਟ ਕੀ ਹੋ ਜਾਏਗਾ K NO2 raised to power 2। कितनी पावर होगी 2। सो इथे raised to power 2 आ तो n कितना हो गया 2। सो दिस इज सेकंड ऑर्डर रिएक्शन। सेकंड ऑर्डर जो ऑर्डर सेकंड आ गया सेकंड ऑर्डर रिएक्शन। ਇਹਦੇ ਲਈ ਲਿਖੋ ਰੇਟ ਕੀ ਬਣ ਜਾਏਗਾ कि रिएक्टेंट दी मैं पिछली वीडियो में लिखाना सिखाया इसलिए मैं दोबारा नहीं सिखाना। सो इथे n की होएगा 2 plus 1 3 दैट इज थर्ड ऑर्डर रिएक्शन। क्लियर? सो ये होगी थर्ड ऑर्डर रिएक्शन। यदि फोर्थ ऑर्डर अगे की रिएक्शंस ਜਿਹੜੀਆਂ ਤੁਹਾਡੀਆਂ ਆਰਡਰ ਵਾਈਜ਼ थर्ड ऑर्डर रिएक्शन तक होगी। सो वेरी इंपॉर्टेंट ਅੱਗੇ ਆਂਦੀਆਂ फ्रैक्शनल ऑर्डर रिएक्शन। ਜਿਹੜਾ ਪੇਪਰ ਚ ਆਂਦਾ ਪੇਪਰ ਚ ਕੁਐਸਚਨ ਆਏਗਾ फ्रैक्शनल ऑर्डर ਚੋਂ, ਜ਼ੀਰੋ ਆਰਡਰ ਚੋਂ ਜਾਂ ਗੁੱਡ ਆਰਡਰ। क्लियर? ਸੋ ਅਸੀਂ ਇੱਥੇ ਫ੍ਰੈਕਸ਼ਨਲ ਆਰਡਰ ਤੇ ਜ਼ੀਰੋ ਆਰਡਰ ਨੂੰ ਬਹੁਤ ਧਿਆਨ ਨਾਲ ਦੇਖਣਾ ਕਿ ਕਿਹੜੀਆਂ ਰਿਐਕਸ਼ਨਸ ਆ ਜਿਹੜੀਆਂ ਫ੍ਰੈਕਸ਼ਨਲ ਆਰਡਰ ਹੁੰਦੀਆਂ ਜ਼ੀਰੋ। ਕਿਉਂ? ਕਿਉਂਕਿ ਐਕਸੈਪਸ਼ਨਲ ਹੁੰਦੀਆਂ, ਦੇਖ ਕੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਫ੍ਰੈਕਸ਼ਨਲ ਆਰਡਰ ਯਾਦ ਰੱਖਣੀ ਆ ਤੁਸੀਂ। ਕਲੀਅਰ? ਜਿੱਦਾਂ ਇਹ ਵਾਲੀ ਰਿਐਕਸ਼ਨ ਆ ਜੇ ਤੁਸੀਂ ਲਾਅ ਆਫ ਮਾਸ ਐਕਸ਼ਨ ਦੇ ਅਕੋਰਡਿੰਗ ਲਿਖੋ ਫਿਰ ਤਾਂ ਰੇਟ ਕੀ ਆ ਜਾਏਗਾ CH3CHO। ਬਟ ਜਦੋਂ ਐਕਸਪੈਰੀਮੈਂਟਲੀ ਦੇਖਿਆ ਗਿਆ ਪਾਵਰ ਇਹਦੀ ਕਿੰਨੀ ਆਈ 3/2। ਤਾਂ ਹੀ ਦੱਸਿਆ ਨਾ ਕਿ ਇਹ ਜਿਹੜਾ ਰੇਟ ਹੈਗਾ ਜਿਹੜਾ ਆਰਡਰ ਆਫ ਰਿਐਕਸ਼ਨ ਆਂਦਾ ਦਿਸ ਇਜ਼ from the rate law equation। so ये difference ਦੱਸਿਆ ਹੈ ਪਿਛਲੀ ਵੀਡੀਓ 'ਚ ਤਾਂ ਹੀ ਤੁਹਾਨੂੰ ਮੈਂ ਡਿਫਰੈਂਸ ਸਮਝਾਇਆ ਸੀ between the law of mass action and rate law equation। so rate law equation 'ਚ ਕੀ ਹੁੰਦਾ ਐਕਸਪੈਰੀਮੈਂਟਲੀ ਇਹ ਪਾਵਰ ਡਿਟਰਮਾਈਨ ਹੁੰਦੀ ਯਾਨੀ ਕਿ ਆਰਡਰ ਜਿਹੜਾ ਆ ਉਹ ਕੋਈ ਥਿਓਰੈਟੀਕਲ ਨਹੀਂ ਤੁਸੀਂ ਪਤਾ ਕਰ ਸਕਦੇ, ਇਟ ਇਜ਼ ਐਕਸਪੈਰੀਮੈਂਟਲੀ ਕੱਢਿਆ ਜਾਂਦਾ ਹੈ। ਕਲੀਅਰ? ਸੋ ਇਹ ਵੀ ਇੱਕ ਡਿਫਰੈਂਸ ਬਣਨੇ ਅੱਗੇ ਮੈਂ ਤੋਂ ਅਗਲੀ ਵੀਡੀਓ 'ਚ ਹੋਰ ਕਰਵਾਣਾ ਉੱਥੇ ਇਹ ਵੀ ਡਿਫਰੈਂਸ ਅੱਗੇ ਪਾਣੇ ਮੋਲਿਕੂਲੈਰਿਟੀ ਦੇ ਨਾਲ। वैसे मैं एक वीडियो अपलोड की भी हुई है बट वो पहला की थी बट हम असं सिलेबस के अकॉर्डिंग चल रहे हैं इसलिए मैं सारा कुछ दोबारा करा रही हूँ। ठीक है? सो रेट इज इक्वल टू K CH3CH2 CHO ਦੀ ਪਾਵਰ 3/2। ਸੋ ਇੱਥੇ ਆਰਡਰ ਸਾਡੇ ਕੋਲ n ਕਿੰਨਾ ਆ ਗਿਆ 3/2 that is equal to 1.2।
5. So this is fractional order reaction. ਕਿਹੜੀਆਂ fractional order reaction. ਤੁਸੀਂ ਥੋੜੀਆਂ ਜਿਹੀਆਂ ਯਾਦ ਰੱਖਣੀਆਂ, ਜ਼ਿਆਦਾ ਨਹੀਂ ਹੁੰਦੀਆਂ, ਥੋੜੀਆਂ ਹੁੰਦੀਆਂ. ਨੈਕਸਟ ਇਜ਼ H2 plus Br2. ਜਦੋਂ ਆਪਾਂ ਇਹਲੀ ਰੇਟ ਲਿਖਿਆ ਤਾਂ ਰੇਟ ਸਾਡੇ ਕੋਲ ਕੀ ਆਇਆ H2 Br2 ਦੀ ਪਾਵਰ ਆਇਆ 1/2. ਜੇ ਦਾ ਆਪਾਂ ਰੇਟ ਲਾਫ ਮਾਸ ਸੈਕਸ਼ਨ ਦੇ ਅਕੋਰਡਿੰਗ ਲਿਖੀਏ ਫਿਰ ਤਾਂ ਸਿੰਪਲ H2 Br2 ਆਣਾ ਸੀਗਾ, ਆਰਡਰ ਕਿੰਨਾ ਆਣਾ ਹੀ 2. ਬਟ ਨਹੀਂ, ਜਦੋਂ ਆਪਾਂ ਰੇਟ ਲਾਅ ਇਕੁਏਸ਼ਨ ਦੇ ਅਕੋਰਡਿੰਗ ਲਿਖਿਆ ਇੱਥੇ ਪਾਵਰ ਆਈ 1/2 ਤਾਂ n ਕਿੰਨਾ ਹੋ ਗਿਆ, ਇੱਥੇ ਪਾਵਰ ਇਹ 1 ਹੈ, 1/2 1 plus 1/2 ਕਿੰਨਾ ਆ ਗਿਆ ਸਾਡੇ ਕੋਲ ਅਗੇਨ 3/2 that is equal to 1/5. this is again a fractional order reaction. ਇਹ ਤੁਸੀਂ ਯਾਦ ਰੱਖਣੀ ਹੈ ਕੋਈ ਇਕੁਏਸ਼ਨ fractional order, ਇੱਕ ਦੋ ਵਾਰ ਇਹਨਾਂ ਨੂੰ ਚੰਗੀ ਤਰ੍ਹਾਂ ਦੇਖ ਲਓ ਉਦੋਂ ਯਾਦ ਰਹਿ ਜਾਂਦੇ ਆ. ਨੈਕਸਟ ਇਜ਼ ਜ਼ੀਰੋ ਆਰਡਰ ਰਿਐਕਸ਼ਨ. ਵੈਰੀ ਇੰਪੋਰਟੈਂਟ. ਜ਼ੀਰੋ ਆਰਡਰ ਰਿਐਕਸ਼ਨਸ ਕਿਹੜੀਆਂ ਹੁੰਦੀਆਂ, ਬਹੁਤ ਕੁਐਸਚਨ ਆਉਂਦਾ ਇਹਨਾਂ ਚ ਤੇ ਮਾਸਟਰ ਕੀਟਰ ਚ ਆਲਰੇਡੀ ਆਰਡਰ ਤੇ ਮੋਲੀਕੁਲਰਿਟੀ ਚ ਕੁਐਸਚਨ ਆਏ ਹੋਏ ਆ. ਮੋਲੀਕੁਲਰਿਟੀ ਮੈਂ ਨੈਕਸਟ ਵੀਡੀਓ ਚ ਕਰਵਾਵਾਂਗੀ. ਜ਼ੀਰੋ ਆਰਡਰ ਰਿਐਕਸ਼ਨ ਦੇਖੋ, ਜ਼ੀਰੋ ਆਰਡਰ ਰਿਐਕਸ਼ਨਸ ਕੀ ਹੋਣਗੀਆਂ ਜਿਹਦੇ ਚ ਆਰਡਰ ਕੀ ਹੋਏਗਾ ਜ਼ੀਰੋ. ਹੁਣ ਜਿਹੜੀ ਇਹ ਵਾਲੀ ਰਿਐਕਸ਼ਨ ਆ ਇਹ ਹੇਬਰ ਪ੍ਰੋਸੈਸ ਚ ਜਿਹੜਾ ਹੈਗਾ ਅਮੋਨੀਆ ਆ, ਅਮੋਨੀਆ ਚ ਪਲੈਟੀਨਮ ਪਾਇਆ ਗਿਵਸ N2 plus 3H2. ਇਸ ਰਿਐਕਸ਼ਨ ਦੇ ਵਿੱਚ ਜਿਹੜਾ ਅਸੀਂ ਰੇਟ ਲਿਖਦੇ ਆ, ਜੇ ਤਾਂ ਅਸੀਂ ਲਾਫ ਮਾਸ ਸੈਕਸ਼ਨ ਦੇ ਅਕੋਰਡਿੰਗ ਲਿਖੀਏ ਫਿਰ ਤਾਂ NH3 ਦੀ ਪਾਵਰ 2 ਹੋ ਜਾਣਾ ਹੈ ਨਾ, ਬਟ ਰੇਟ ਲਾ ਤੋਂ ਕੀ ਦੇਖਿਆ ਗਿਆ NH3 ਦੀ ਪਾਵਰ 0. ਦੈਟ ਮੀਨਸ ਰੇਟ ਇਹਦੀ ਕਨਸੈਂਟ੍ਰੇਸ਼ਨ ਤੇ ਡਿਪੈਂਡ ਕੀਤਾ ਹੀ ਨਹੀਂ. ਇਹ ਡਿਪੈਂਡ ਕਰਦਾ ਹੈ ਜਦੋਂ ਕੈਟਾਲਿਸਟ ਪਾਉਂਦੇ ਉਹਦੇ ਅਕੋਰਡਿੰਗ ਰਿਐਕਸ਼ਨ ਇਹ ਜਿਹੜੀ ਆ ਤੇਜ਼ ਹੁੰਦੀ ਆ, ਠੀਕ ਹੈ, ਬਟ ਇਹਦੀ ਕਨਸੈਂਟ੍ਰੇਸ਼ਨ ਤੇ ਡਿਪੈਂਡ ਨਹੀਂ ਕਰਦਾ. that means rate doesn't depend upon the concentration of reactant, therefore this is zero order reaction. Clear? So next is again ਜਦੋਂ ਆਪਾਂ decomposition ਕੀਤੀ, ਠੀਕ ਹੈ, HI ਦੀ in the presence of gold. ਇੱਥੇ gold ਹੈਗਾ ਹੀਟ ਪਾ ਕੇ, ਸੌਰੀ gold ਪਾਇਆ ਨਾਲ ਹੀਟ ਕੀਤਾ ਇਹਨੂੰ, ਠੀਕ ਹੈ, gives H2 plus I2. it is again a zero order reaction. ठीक है, जीरो ऑर्डर रिएक्शन है, यानी कि इतने भी डिपेंड नहीं किया. H2 प्लस जे आप HCl की फॉर्मेशन करनी होवे, ठीक है, फ्रॉम H2 and Cl2 फॉर्मेशन ऑफ HCl, ये भी किया जीरो ऑर्डर रिएक्शन. ये बहुत इंपॉर्टेंट है जीरो ऑर्डर रिएक्शन. फर्स्ट ऑर्डर सैकेंड ऑर्डर तो ईजिली निकल जाती है, बट जड़ियां होंदियां एक्सेप्शन लाइक फ्रैक्शनल ऑर्डर, ठीक है, या फिर हो गई साडे कोल जीरो ऑर्डर. अगे मैं तुहानू एक होर शुद्ध ऑर्डर रिएक्शंस भी करवावांगी, ठीक है. सो ओले एक अलग बनावांगी क्योंकि वो भी बहुत इंपॉर्टेंट है. सो ये जड़ियां बहुत इंपॉर्टेंट है, ठीक है, इन्हां नू तुसीं एज इट इज याद रखना हैगा. ते तुहानू मैं दस दित्ता कि रेट लॉ इक्वेशन तो निकलदा इस करके इदां होया, वो मैं पिछली वीडियो समझाया ही तुहानू. ते नेक्स्ट आपां करांगे रेट कांस्टेंट दे यूनिट, बहुत इंपॉर्टेंट है यूनिट ऑफ रेट कांस्टेंट. ते बहुत ज्यादा ईजी है किद्दां कढदे आपां रेट कांस्टेंट दे यूनिट, ठीक है. पहला आपां इन सोल्यूशन देखदे हां, फिर गैसियस स्पेस दे विच लिखदे गैसियस रिएक्शंस दे विच रेट कांस्टेंट. फर्स्ट ऑफ ऑल तुहानू पता रेट इज इक्वल्स टू रेट कांस्टेंट यानी K इनटू किसी दी भी कॉन्सेंट्रेशन. द रिएक्टेंट मान लो A गिव्स B हैगा, ते रिएक्शन यही बनेगी रेट इज इक्वल्स टू KA. सो रेट दे फर्स्ट ऑफ ऑल रेट ये तुहानू याद होवे मैं स्टार्टिंग में वीडियो दस्सिया रेट की हुंदा कॉन्सेंट्रेशन अपॉन टाइम. वैदर इत्थे मतलब डिपेंड करदा कि जे रिएक्टेंट होएगा कॉन्सेंट्रेशन डिक्रीज होएगी, दूसरे दी केस च इंक्रीज होएगी. यानी कॉन्सेंट्रेशन दे मैं तुहानू एक फार्मूला याद होवे ओहदे विच ऑसमोस जेहड़े रेगुलर वीडियोस देखदे आ कि कॉन्सेंट्रेशन दा फार्मूला लिखाया सी N/V, ठीक है, यानी N नंबर ऑफ मोल्स, V वॉल्यूम, यानी कॉन्सेंट्रेशन दी यूनिट की बन जाएगी इत्थों मोल पर लीटर, मोल पर लीटर अपॉन टाइम दे की हो गए सेकंड. सो इत्थों रेट दे जेडे यूनिट आ गए वो की आ गए मोल पर लीटर पर सेकंड. सो रेट की जगह मैं यूनिट की लिख सकती मोल पर लीटर पर सेकंड इक्वल टू रेट कांस्टेंट दे मैं कढने आ कि ए की कॉन्सेंट्रेशन दे होनी कढवाई दी हुंदी मोल पर लीटर. क्लियर? सो इन्नी गल तां सानू क्लियर आ. ध्यान नाल देखो किहड़ी मैं रिएक्शन लई फर्स्ट ऑर्डर. ਹੁਣ रेट कांस्टेंट ਦੀ यूनिट डिपेंड करता ਕਿਹੜੀ रिएक्शन ਉਹਦੇ ਅਕੋਰਡਿੰग ਨਿਕਲਦੇ, ਬਹੁਤ ਈਜ਼ੀਲੀ ਨਿਕਲਦੇ. ਬਸ ਇੱਕ ਮੈਥਡ ਉਹ ਦੇਖੋ, ਇਹ ਵਾਲੀ ਚੀਜ਼ ਤੁਹਾਨੂੰ ਕਲੀਅਰ ਹੋ ਗਈ ਨਾ ਸਭ ਤੋਂ ਪਹਿਲਾਂ ਕਿ ਇਹ ਮੈਂ ਕਿੱਦਾਂ ਲਏ ਹੈਗੇ. ਦੇਖੋ ਹੁਣ ਜੇ ਮੈਂ ਫਰਸਟ ਲੈਣੀ ਹੈ ਜ਼ੀਰੋ ਆਰਡਰ ਤੋਂ ਸਟਾਰਟ ਕਰਦੇ ਆਪਾਂ. ਜ਼ੀਰੋ ਆਰਡਰ ਰਿਐਕਸ਼ਨ ਲਈ ਮੈਂ ਕੀ ਕੱਢਣਾ यूनिट ऑफ रेट कांस्टेंट. ਹੈਡਿੰਗ ਸਾਡਾ ਹੈਗਾ यूनिट ऑफ रेट कांस्टेंट. ਇੱਥੇ ਪਾਵਰ ਕੀ ਹੁੰਦੀ ਜ਼ੀਰੋ ਆਰਡਰ 'ਚ 0,
ਇਹਦੀ ਪਾਵਰ ਕੀ ਲੈ ਲਈ ਆਪਾਂ 0 ਠੀਕ ਹੈ ਕਿਸੇ ਦੀ ਪਾਵਰ 0 ਕਿੰਨਾ ਹੁੰਦਾ 1 that means ਇਥੋਂ ਰੇਟ ਕਾਂਸਟੈਂਟ ਦੀ ਯੂਨਿਟ ਕੀ ਆ ਗਈ ਮੋਲ ਪਰ ਲੀਟਰ ਪਰ ਸੈਕਿੰਡ ਸੋ ਇੱਥੇ ਆਪਾਂ ਨਾਲ ਲਿਖੀ ਜਾਂਦੇ ਜੇ ਆਰਡਰ ਹੈਗਾ 0 ਤੇ k ਦੇ ਜਿਹੜੇ ਯੂਨਿਟ ਹੈਗੇ ਆ ਉਹ ਕੀ ਆ ਗਏ ਸਾਡੇ ਕੋਲ ਮੋਲ ਪਰ ਲੀਟਰ ਪਰ ਸੈਕਿੰਡ ਯਾਨੀ ਰੇਟ ਕਾਂਸਟੈਂਟ ਵਾਲੀ ਇਨ ਕੇਸ ਇਹ ਸਾਡੇ ਕੋਲ ਫਰਸਟ ਆਰਡਰ ਹੋ ਜਾਂਦੀ 0 ਦੀ ਜਗ੍ਹਾ ਕਿਹੜੀ ਹੋ ਜਾਂਦੀ फर्स्ट ऑर्डर पावर 1 ये वाली चीज इधर नीचे आ जाएगी और मोल पर लीटर नीचे आ जाएगा मोल पर लीटर कैंसल तो के दे यूनिट की आगे पर सेकंड सो यानी ये ऑर्डर फर्स्ट आ गया यूनिट की आगे पर सेकंड ऐदी जे फर्स्ट ऑर्डर की जगह सेकंड ऑर्डर होवे इथे पावर 2 आ जाएगी इथे भी पावर 2 आ जाएगी ते इथे भी साडे को मोल स्क्वायर पर लीटर स्क्वायर ठीक है जी पावर 2 हो गई मोल लीटर हुन देखो मोल पावर कितनी हैगी 1 ये ऊपर जाके -2 हो गई पर लीटर पावर -2 ऊपर जाके +2 हो जाएगी नाल पर सेकंड यानी आ गया मोल इनवर्स लीटर -2 जो 1 पर सेकंड सो यानी ऑर्डर 2 आ गया फिर यूनिट की हो जाती मोल इनवर्स लीटर पर ਇਦਾਂ ਸੀ ਜਿਹਦੇ ਮਰਜ਼ੀ ਕੱਢ ਲਓ ਥਰਡ ਆਰਡਰ ਦੇ ਫੋਰਥ ਆਰਡਰ ਦੇ ਜਿੰਨਿਆਂ ਦੇ ਮਰਜ਼ੀ ਕੱਢੀ ਲਓ ਤੁਹਾਨੂੰ ਪੇਪਰ 'ਚ ਕਿਸੇ ਦੇ ਵੀ ਸਿੰਪਲ ਯੂਨਿਟ ਪੁੱਛੇਗਾ ਜੇ ਤਾਂ ਆਹ ਵਾਲਾ ਮੈਥਡ ਨਾ ਤੁਸੀਂ 2 ਮਿੰਟ ਲਗਾਣੇ ਬਟ ਇੱਕ ਦੇਖੋ ਜਨਰਲ ਫਾਰਮੂਲਾ ਜੇ ਫੋਰ ਐਗਜ਼ਾਮਪਲ nth ਆਰਡਰ ਰਿਐਕਸ਼ਨ ਹੈਗੀ ਹੈ ਕਿਹੜੀ ਹੈਗੀ ਆ nth ਆਰਡਰ ਇਹਦੀ ਜਗ੍ਹਾ ਪਾਵਰ n ਆ ਜਾਏਗੀ ਪਾਵਰ ਕੀ ਆ ਜਾਏਗੀ n ਇਥੋਂ ਕੀ k ਕੀ ਹੋ ਜਾਏਗਾ ਮੋਲ ਦੀ ਪਾਵਰ n ਲੀਟਰ ਪਾਵਰ -n ਜਾਂ ਇਦਾਂ ਕਰੋ ਇਹਨੂੰ ਤੁਸੀਂ ਇਦਾਂ ਹੀ ਲਿਖ ਲਓ ਮੋਲ ਪਰ ਲੀਟਰ ਪਾਵਰ ਕੀ ਹੈਗੀ n ਪਰ ਸੈਕਿੰਡ ਸੋ ਇਹਨੂੰ ਇੱਥੋਂ ਤੁਸੀਂ ਕੀ ਬਣਾ ਸਕਦੇ ਹੋ ਦੇਖੋ ਮੋਲ ਪਰ ਲੀਟਰ सारे दी पावर ऊपर 1 ना नीचे पावर n ऊपर जाके -n हो गई पर सेकंड ना पर सेकंड ਉੱਥੇ पर सेकंड नहीं सी ठीक है नाल की हो गया पर सेकंड यानी जे nth ऑर्डर जे nth ऑर्डर की आएगा मोल पर लीटर पावर 1 -n नाल की आएगा पर सेकंड ਹੁਣ देख लो ਤੁਸੀਂ ਇੱਥੇ ਕਿਤੇ ਵੀ ਪੁੱਟ ਕਰਕੇ ਜਿਹੜੇ ਵੀ 1 ਪੁੱਟ ਕਰਨਾ ਹੈਗਾ ਜਾਂ 2 ਪੁੱਟ ਕਰਨਾ ਹੈਗਾ ਜਦੋਂ ਤੁਸੀਂ ਦੇਖੋ 1 ਪੁੱਟ ਕਰੋਗੇ ਇੱਥੇ जनरल फॉर्मूला याद रखोगे तो पेपर जो मर्जी आ जाए 1 पुट करोगे 1 -1 0 किसी की पावर 0 1 आंसर की आ गया पर सेकंड ऐदा भी तुसी पता कर सकते हो यदि पावर 2 पुट करोगे 1 -2 -1 -1 माइनस प्लस नाल पर सेकंड सो nth ऑर्डर दा फॉर्मूला याद रख लियो मोल पर लीटर दी पावर 1 -n पर सेकंड ठीक है देखो कितनी इजीली ये शॉर्टकट है बिल्कुल शॉर्टकट जे तुसी आ वाला मेथड याद करोगे तानु पेपर जेदा मर्जी हो यूनिट पूछ लोगे ते मैं तानु ड्राइव भी करवा देता है कि आई दिता है सो नेक्स्ट आप देखते हैं कि यही यूनिट हैगे आ बट इन केस ऑफ गैसियस रिएक्शन ठीक है जी ਤੁਹਾਡੇ ਕੋਲ रिएक्शन है इन गैसियस फॉर्म देन ਜਿਹੜੇ मोल पर लीटर आ ਉਹਦੀ ਜਗ੍ਹਾ ਤੁਸੀਂ ਕੀ ਲਿਖੋਗੇ एटमॉस्फेयर मोल पर लीटर ਦੀ ਜਗ੍ਹਾ ਕੀ ਲਿਖੋਗੇ एटमॉस्फेयर बस यही फर्क पए क्लियर सो जीरो ऑर्डर ਲਈ ਕੀ ਹੋ ਜਾਣਗੇ ਇੱਥੇ ਮੈਂ ਲਿਖ ਦਿੰਨੀ ਆ ਜਿਹੜੇ यूनिट आ इन टर्म ऑफ गैसियस फॉर्म की हो जाएंगे एटमॉस्फेयर पर सेकंड ਇਹਦੇ ਕੇਸ ਚ पर सेकंड ਇਹਦੇ ਵਿੱਚ ਦੇਖੋ ਇਹ एटमॉस्फेयर रहेगा पर सेकंड ठीक है ਇਹਦੇ ਇੱਥੇ ਹੋਏਗਾ एटमॉस्फेयर पावर 1 -n पर सेकंड क्लियर सो ਇਦਾਂ ਹੋ ਜਾਏਗਾ ਹੁਣ ਇੱਥੇ ਦੇਖੋ ਇੱਕ ਪਾਵਰ ਇੱਥੇ ਇੱਕ ਚੀਜ਼ ਹੋਏਗੀ ਇਹਨੂੰ ਤੁਸੀਂ ਇਦਾਂ ਵੀ ਤਾਂ ਲਿਖ ਹੀ ਸਕਦੇ ਆ ਵਾਲੀ ਚੀਜ਼ ਨੂੰ ਕਰਕੇ ਮੋਲ पर लीटर दी पावर -1 ठीक है जो इत्थे तुसी 2 पुट किया 1 -2 सो इत्थे लिखोगे एटमॉस्फेयर दी पावर -1 पर सेकंड सो इदा बना लेना तुसी बस जे तुहानू पेपर चाहे उत्थे कंफ्यूज नहीं होना रिएक्शन और बोल देगा ऊपर केड़ी रिएक्शन हैगी सोल्यूशन दी फॉर्म च हैगी या गैसियस फॉर्म दे विच क्लियर सो इदा असी यूनिट पता करदे रेट कांस्टेंट दे कितना इजीली हो जांदे आ जे तुहानू ये वाला फार्मूला आंदा हैगा तुसी लेट्स टेक स्क्रीनशॉट सो ਅਸੀਂ ਜਿਹੜਾ ਨੈਕਸਟ ਹੈਗਾ ਇਹਦਾ ਉਹ ਨੈਕਸਟ ਵੀਡੀਓ ਚ ਕਰਾਂਗੇ ਜੋ ਹੋਰ ਅੱਗੇ ਮੋਲੀਕੂਲੈਰਿਟੀ ਨੂੰ ਸਮਝਾਂਗੇ ਇਹਦੇ ਨਿਊਮੈਰੀਕਲ ਵੀ ਕਰਾਵਾਂਗੀ ਤੁਹਾਨੂੰ ਕੁਝ ਮੈਂ ਆਰਡਰ ਦੇ ਇੰਪੋਰਟੈਂਟ ਨਿਊਮੈਰੀਕਲ ਹੈਗੀ ਉਹ ਆਪਾਂ ਨੈਕਸਟ ਵੀਡੀਓ ਚ ਕਰਾਂਗੇ ਜੇ ਤੁਹਾਨੂੰ ਇਹ ਚੀਜ਼ ਪਸੰਦ ਆਈ ਆ ਵੀਡੀਓ ਦੇ ਵਿੱਚ ਜੋ ਮੈਂ ਤੁਹਾਨੂੰ ਇਹ ਮੈਥਡ ਨਾਲ ਕਰਵਾਇਆ ਹੈਗਾ ਆ ਪਲੀਜ਼ ਲਾਈਕ ਐਂਡ ਕਮੈਂਟ ਜ਼ਰੂਰ ਕਰੋ ਥੈਂਕਸ ਫॉर ਵਾਚਿੰਗ ਦ ਵੀਡੀਓ